Assalamualaikum everyone, welcome to Zara Foods Official. Today I am back with new delicious recipe. Today's recipe is the best winter recipe, so watch my video till the end so that you can understand the whole recipe. ਤੇ ਹੁਣ ਮੈਂ ਸ਼ੁਰੂ ਕਰਦੀ ਹਾਂ ਅੱਜ ਦੀ ਮਜ਼ੇਦਾਰ ਜੀ ਰੈਸਿਪੀ। ਤੇ ਸਭ ਤੋਂ ਪਹਿਲਾਂ ਲੈ ਮੈਂ ਹਸਬੇ ਜ਼ਰੂਰਤ ਚਾਵਲਾਂ ਨੂੰ ਅੱਛੇ ਤਰੀਕੇ ਦੇ ਨਾਲ ਧੋ ਲਿਆ। ਚੁੱਲ੍ਹੇ ਦੇ ਉੱਤੇ ਮੀਡੀਅਮ ਫਲੇਮ ਤੇ ਮੈਂ ਪਾਣੀ ਰੱਖਿਆ ਸੀ, ਪਤੀਲੇ 'ਚ ਪਾ ਕੇ ਪਾਣੀ ਉਬਲਣ ਲੱਗ ਪਿਆ। ਹੁਣ ਧੋਤੇ ਹੋਏ ਚਾਵਲ ਪਤੀਲੇ 'ਚ ਪਾ ਦੇਣੇ ਤੇ ਚਾਵਲਾਂ ਨੂੰ ਬੋਇਲ ਕਰ ਲੈਣਾ। ਚਾਵਲਾਂ ਨੂੰ ਬੋਇਲ ਕਰਨ ਲੱਗਿਆ 2 ਟੇਬਲਸਪੂਨ ਨਮਕ ਦੇ ਪਾ ਦੇਣੇ ਆ। ਨਮਕ ਸ਼ਾਮਲ ਕਰਨੇ ਤੋਂ ਬਾਅਦ 1 ਲੀਮੂ ਦਾ ਰਸ ਵੀ ਸ਼ਾਮਲ ਕਰ ਦਿੱਤਾ ਤਾਂ ਕਿ ਚਾਵਲ ਖਿਲੇ ਹੋਏ ਰਹਿਣ, ਕੱਲੇ ਰਹਿਣ। ਜਿਸ ਵੇਲੇ ਚਾਵਲਾਂ 'ਚ ਇੱਕ ਕਣੀ ਰਹਿ ਗਈ ਤੇ ਮੈਂ ਸਟ੍ਰੇਨ ਕਰ ਲਿਆ। ਦੂਸਰੀ ਸਾਈਡ ਤੇ ਮੈਂ ਲਿਆ ਇੱਕ ਪਤੀਲਾ। ਪਤੀਲੇ ਦੇ ਵਿੱਚ ਮੈਂ ਪਾਇਆ ਹਸਬੇ ਜ਼ਰੂਰਤ ਆਇਲ ਦੇ ਵਿੱਚ ਮੈਂ ਬਣਾਇਆ ਅੰਡਾ ਇਸ ਤਰ੍ਹਾਂ ਬਣਾਇਆ ਕਿ ਅੰਡੇ ਨੂੰ ਅੱਛੀ ਤਰੀਕੇ ਨਾਲ ਫੈਂਟ ਲਿਆ, ਲੇਕਿਨ ਅੰਡੇ ਦੇ ਵਿੱਚ ਮੈਂ ਨਮਕ ਤੇ ਮਿਰਚ ਨਹੀਂ ਪਾਈ, ਸਿਰਫ ਹਲਦੀ ਪਾਈ। ਅੰਡਾ ਮੈਂ ਇੱਕ ਪਲੇਟ 'ਚ ਕੱਢ ਲਿਆ ਤੇ ਫਿਰ ਦੁਬਾਰਾ ਮੈਂ ਆਇਲ ਹਸਬੇ ਜ਼ਰੂਰਤ ਸ਼ਾਮਲ ਕੀਤਾ। तो बारीक कटे हुए दरमियाने प्याज शामिल किए ऑयल विच। दो ही बारीक कटे हुए टमाटर शामिल कर दिते। 4 ਤੋਂ 5 सब्ज मिर्चां कट्टियां हुई शामिल कर दित्तियां। 2 टेबलस्पून कुटिया हुआ अदरक लहसुन शामिल कर दिता। 2 ਮਿੰਟ ਵਾਸਤੇ ਨਾ ਸਾਰੀਆਂ ਚੀਜ਼ਾਂ ਨੂੰ ਮੀਡੀਅਮ ਫਲੇਮ ਦੇ ਉੱਤੇ ਪਕਾ ਲੈਣਾ। 2 ਮਿੰਟ ਤੁੜਕਾ ਪਕਾਉਣੇ ਤੋਂ ਬਾਅਦ 1 ਟੀਸਪੂਨ ਕਾਲੀ ਮਿਰਚ ਦਾ ਸ਼ਾਮਲ ਕਰ ਦਿੱਤਾ। 1 ਟੀਸਪੂਨ ਨਮਕ ਦਾ ਸ਼ਾਮਲ ਕਰ ਦਿੱਤਾ। 1 ਟੀਸਪੂਨ ਚਿਕਨ ਪਾਊਡਰ ਦਾ ਸ਼ਾਮਲ ਕਰ ਦਿੱਤਾ। ਫਿਰ 1 ਮਿੰਟ ਵਾਸਤੇ ਤੁੜਕੇ ਨੂੰ ਹੋਰ ਪਕਾਇਆ। ਜਿਸ ਵੇਲੇ ਤੁੜਕੇ ਨੂੰ ਪਕਾਉਂਦਿਆਂ ਹੋਇਆ 1 ਮਿੰਟ ਹੋ ਗਿਆ ਤੇ 1 ਪਿਆਲੀ ਮੈਂ ਚਿਕਨ ਦੀ ਸ਼ਾਮਲ ਕਰ ਦਿੱਤੀ। ਤਕਰੀਬਨ ਇਹ 1 ਪਾਉ ਬਣਦਾ। ਚਿਕਨ ਨੂੰ ਬਾਰੀਕ ਕੱਟ ਕੇ ਤਾਂ ਫਿਰ ਸ਼ਾਮਲ ਕਰਨਾ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋਗੇ ਕਿ ਮੈਂ ਵੀ ਬਾਰੀਕ ਕੱਟ ਕੇ ਤਾਂ ਫਿਰ ਸ਼ਾਮਲ ਕੀਤਾ। ਚਿਕਨ ਨੂੰ ਭੁੰਨਦੇ ਹੋਇਆ 2 ਟੇਬਲਸਪੂਨ ਮੈਂ ਸਿਰਕੇ ਦੇ ਸ਼ਾਮਲ ਕਰ ਦਿੱਤੇ। ਅੱਧੀ ਪਿਆਲੀ ਮੈਂ ਮਟਰ ਸ਼ਾਮਲ ਕਰ ਦਿੱਤੇ। थोड़ी देर मीडियम फ्लेम ਦੇ ਉੱਤੇ ਮਟਰਾਂ ਨੂੰ ਭੁੰਨਣੇ ਤੋਂ ਬਾਅਦ ਅੱਧਾ ਗਲਾਸ ਪਾਣੀ ਦੇ ਸ਼ਾਮਲ ਕੀਤਾ ਤੇ ਪਤੀਲੇ ਨੂੰ ਉੱਪਰੋਂ ਅੱਛੇ ਤਰੀਕੇ ਨਾਲ ਢੱਕ ਦਿੱਤਾ। 5 ਮਿੰਟ ਤੋਂ ਬਾਅਦ ਮਟਰ ਮੈਂ ਚੈੱਕ ਕੀਤੇ, ਅਲਹਮਦੁਲਿਲਾ ਮਟਰ ਵੀ ਗਲ ਗਏ ਹੋਏ ਆ। ਇਸ ਤੋਂ ਬਾਅਦ ਫਿਰ ਮੈਂ ਗਾਜਰਾਂ ਸ਼ਾਮਲ ਕੀਤੀਆਂ। ਗਾਜਰਾਂ ਮੈਂ ਆਪਣੀ ਜ਼ਰੂਰਤ ਦੇ ਮੁਤਾਬਕ ਤੇ ਆਪਣੇ ਜ਼ਾਇਕੇ ਦੇ ਮੁਤਾਬਕ ਮੈਂ ਸ਼ਾਮਲ ਕੀਤੀਆਂ। ਤੇ ਤੁਸੀਂ ਦੇਖੋ ਜਿਸ ਤਰ੍ਹਾਂ ਕੱਟੀਆਂ ਹੋਈਆਂ ਗਾਜਰਾਂ ਇਸ ਤਰ੍ਹਾਂ ਅੱਛੀਆਂ ਲੱਗਦੀਆਂ, ਚਾਵਲਾਂ ਦੇ ਵਿੱਚ ਵੀ ਪਾਈਆਂ ਹੋਈਆਂ ਤੇ ਤੁਸੀਂ ਵੀ ਇਸ ਤਰ੍ਹਾਂ ਕੱਟਣਾ। ਥੋੜੀ ਦੇਰ ਗਾਜਰਾਂ ਨੂੰ ਪਕਾਉਣ ਤੋਂ ਬਾਅਦ ਗਾਜਰਾਂ ਅੱਧੀਆਂ ਗਲ ਗਈਆਂ। ਫਿਰ ਮੈਂ ਚਿੱਲੀ ਸੌਸ ਦੇ 2 ਟੇਬਲਸਪੂਨ ਸ਼ਾਮਲ ਕੀਤੇ ਤੇ 2 ਹੀ ਟੇਬਲਸਪੂਨ ਮੈਂ ਸੋਇਆ ਸੌਸ ਦੇ ਸ਼ਾਮਲ ਕਰ ਦਿੱਤੇ। ਗਾਜਰਾਂ ਨੂੰ ਵੀ ਪਕਾਉਂਦੇ ਹੋਏ ਤਕਰੀਬਨ 2 ਮਿੰਟ ਹੋ ਗਿਆ। ਹੁਣ ਅਸੀਂ ਬੰਦ ਗੋਭੀ ਬਾਰੀਕ ਕੱਟ ਕੇ ਮੈਂ ਥੋੜੀ ਜਿਹੀ ਰੱਖੀ ਹੋਈ ਸੀ, ਉਹ ਮੈਂ ਸ਼ਾਮਲ ਕਰ ਲੈਣੀ ਆ। ਜਿਸ ਵੇਲੇ ਬੰਦ ਗੋਭੀ ਸ਼ਾਮਲ ਕਰੋ ਤਾਂ ਚੁੱਲ੍ਹੇ ਦੀ ਫਲੇਮ ਮੀਡੀਅਮ ਕਰ ਲਓ ਤੇ ਬਹੁਤ ਜ਼ਿਆਦਾ ਨਹੀਂ ਪਕਾਉਣੀ, ਸਿਰਫ 30 ਸੈਕਿੰਡ ਵਾਸਤੇ ਪਕਾਉਣੀ ਹੈ ਤੇ ਉਸ ਤੋਂ ਬਾਅਦ ਫਲੇਮ ਬੰਦ ਕਰ ਦੇਣੀ ਹੈ। ਉਸੇ ਸਾਈਡ ਦੇ ਉੱਤੇ ਇੱਕ ਵੱਡਾ ਪਤੀਲਾ ਲਿਆ, ਉਹਦੇ ਵਿੱਚ ਬੋਇਲ ਕੀਤੇ ਹੋਏ ਚਾਵਲ ਪਾਏ ਤੇ ਜਿਹੜਾ ਅਮੇਜ਼ਾ ਮੈਂ ਸਬਜ਼ੀਆਂ ਨਾਲ ਤਿਆਰ ਕੀਤਾ ਇਹ ਅਮੇਜ਼ਾ ਮੈਂ ਚਾਵਲਾਂ ਦੇ ਉੱਤੇ ਪਾਇਆ ਤੇ ਚਮਚ ਦੇ ਨਾਲ ਅੱਛੇ ਤਰੀਕੇ ਦੇ ਨਾਲ ਹਿਲਾ ਲਿਆ। ਚਾਵਲਾਂ 'ਚ ਚਮਚ ਇਸ ਤਰ੍ਹਾਂ ਹਿਲਾਣਾ ਕਿ ਚਾਵਲ ਟੁੱਟਣ ਨਾ। ਅੱਛੇ ਤਰੀਕੇ ਦੇ ਨਾਲ ਸਬਜ਼ੀਆਂ ਨੂੰ ਚਾਵਲਾਂ 'ਚ ਮਿਕਸ ਕਰ ਦੇਣਾ।
ਜਿਸ ਵੇਲੇ ਅੱਛੇ ਤਰੀਕੇ ਦੇ ਨਾਲ ਸਬਜ਼ੀਆਂ ਮਿਕਸ ਹੋ ਜਾਣ ਤਾਂ ਜਿਹੜਾ ਅੰਡਾ ਤੁਸੀਂ ਬਣਾ ਕੇ ਰੱਖਿਆ ਹੋਇਆ ਸੀ ਉਹ ਚਾਵਲਾਂ ਦੇ ਉੱਤੇ ਪਾ ਕੇ ਤੇ ਚਾਵਲਾਂ ਨੂੰ ਥੋੜੀ ਦੇਰ ਵਾਸਤੇ ਦਮ ਦੇ ਲੈਣਾ, ਕਿਉਂਕਿ ਇੱਕ ਕਣੀ ਚਾਵਲਾਂ 'ਚ ਮੌਜੂਦ ਸੀ ਹਲੇ। ਚਾਵਲਾਂ ਨੂੰ 1 ਮਿੰਟ ਦਮ ਦੇਣੇ ਤੋਂ ਬਾਅਦ ਚਾਵਲਾਂ ਦਾ ਦਮ ਮੈਂ ਪੱਟ ਲਿਆ ਸੀਗਾ ਤੇ ਖਾਣੇ ਵਾਸਤੇ ਮੈਂ ਹੁਣ ਪੇਸ਼ ਕੀਤੇ ਆ। ਸੋ ਖੁਦ ਵੀ ਮੈਂ ਖਾ ਕੇ ਦੇਖਿਆ, ਮੈਨੂੰ ਤਾਂ ਬਹੁਤ ਹੀ ਮਜ਼ਾ ਆਇਆ, ਬੜੇ ਮਜ਼ੇਦਾਰ ਲੱਗੇ। ਤੁਸੀਂ ਵੀ ਆਪਣੇ ਘਰਾਂ 'ਚ ਇਸੇ ਤਰੀਕੇ ਨਾਲ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਆ ਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਰੈਸਿਪੀ ਕਿਹੋ ਜਿਹੀ ਲੱਗੀ। ਮੈਨੂੰ ਆਪਣੀ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਮੇਰੇ ਵਾਸਤੇ ਦੁਆ ਜ਼ਰੂਰ ਕਰਿਆ ਕਰੋ। ਇਨਸ਼ਾਅੱਲਾ ਤਾਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਬਾਏ ਬਾਏ, ਟੇਕ ਕੇਅਰ, ਰੱਬ ਰਾਖਾ।